Hello students, beta today in this lecture I am going to discuss about the refraction through a glass slab. Beta this article is very important. ਬੇਟੇ ਇਸ ਆਰਟੀਕਲ ਦੇ ਬੇਸ ਤੁਹਾਡੇ ਸਿਲੇਬਸ ਦੇ ਵਿੱਚ ਬੇਟਾ ਐਕਸਪੈਰੀਮੈਂਟ ਵੀ ਹੈ, ਤੁਸੀਂ ਉਸ ਨੂੰ ਕਰੋਗੇ। ਸੋ ਬੇਟਾ ਅੱਜ ਆਪਾਂ ਇਸ ਨੂੰ ਥਿਓਰੈਟੀਕਲੀ ਡਿਸਕਸ ਕਰਾਂਗੇ ਕਿ ਕਿਵੇਂ ਗਲਾਸ ਸਲੈਬ ਦੇ ਥਰੂ ਬੇਟਾ ਜੋ ਰੀਫ੍ਰੈਕਸ਼ਨ ਹੈ ਅਕਰ ਕਰਦੀ ਹੈ। ਸੋ ਫॉर ਦਿਸ ਬੇਟਾ when a ray of light falls on a glass slab obliquely, it emerges out the glass slab parallel to its original direction of the propagation। ਤਾਂ ਬੇਟਾ ਉਹ ਕੀ ਬੋਲ ਰਿਹਾ ਹੈ ਕਿ ਗਲਾਸ ਸਲੈਬ ਦੇ ਉੱਤੇ ਬੇਟਾ ਜਦੋਂ ਕੋਈ ਵੀ ਰੇ ਫਾਲ ਕਰੂਗੀ, ਓਬਲੀਗਲੀ ਫਾਲ ਕਰੂਗੀ, ਤਾਂ ਉਹ ਬੇਟੇ ਐਮਰਜ ਆਊਟ ਹੋ ਜਾਂਦੀ ਹੈ ਕਿੱਥੋਂ ਬੇਟਾ, ਉਸ ਦੀ ਪੈਰਲਰ ਸਾਈਡ ਤੋਂ। ਔਰ ਬੇਟੇ ਉਹ ਕੀ ਹੁੰਦੀ ਹੈ, ਪੈਰਲਰ ਹੁੰਦੀ ਹੈ to the original direction of the propagation. However, there is a shift in the path of incident ray। ਕਹਿੰਦਾ ਕਿ ਜਿਹੜੀ incident ray ਹੈ ਬੇਟਾ ਉਸਦੇ ਪਾਥ ਦੇ ਵਿੱਚ ਸ਼ਿਫਟ ਹੁੰਦੀ ਹੈ, ਉਸ ਸ਼ਿਫਟ ਨੂੰ ਬੇਟਾ ਕੀ ਬੋਲਦੇ ਨੇ, ਲੇਟਰਲ ਸ਼ਿਫਟ ਔਰ ਲੇਟਰਲ ਡਿਸਪਲੇਸਮੈਂਟ। ਬੇਟੇ I will show through the diagram। ਤਾਂ ਬੇਟੇ ਉਸਨੇ ਕੀ ਬੋਲਿਆ ਕਿ ਅਗਰ ਤੁਸੀਂ ਇੱਕ ਗਲਾਸ ਸਲੈਬ ਲਈ ਬੇਟੇ ਉਸ ਦੇ ਉੱਤੇ ਕੋਈ ਵੀ ਰੇ ਆਫ ਲਾਈਟ ਨੂੰ ਇੰਸੀਡੈਂਟ ਕੀਤਾ ਬੇਟਾ ਓਬਲੀਗਲੀ, ਤਾਂ ਬੇਟੇ ਉਹ ਐਮਰਜ ਆਊਟ ਹੁੰਦੀ ਹੈ ਉਸ ਦੀ ਪੈਰਲਰ ਸਾਈਡ ਤੋਂ, ਐਮਰਜ ਆਊਟ ਹੋ ਗਈ ਬੇਟੇ। ਔਰ ਜੋ ਐਮਰਜ ਕੀਤੀ ਹੋਈ ਬੇਟਾ ਐਮਰਜੈਂਟ ਰੇ ਹੈ ਬੇਟੇ ਉਹ ਪੈਰਲਰ ਹੁੰਦੀ ਹੈ ਉਸ ਦੀ ਓਰੀਜਨਲ ਡਾਇਰੈਕਸ਼ਨ ਆਫ ਪ੍ਰੋਪੀਗੇਸ਼ਨ ਦੀ। ਤਾਂ ਬੋਥ ਰੇਜ਼ ਆਰ ਬੇਟਾ ਪੈਰਲਰ। ਐਂਡ ਬੇਟਾ ਉਹ ਕੀ ਬੋਲ ਰਿਹਾ ਕਿ ਜੋ ਇੰਸੀਡੈਂਟ ਰੇ ਹੈ ਉਸ ਦੇ ਪਾਥ ਦੇ ਵਿੱਚ ਕੀ ਆਉਂਦੀ ਹੈ ਬੇਟਾ, ਸ਼ਿਫਟ ਆਉਂਦੀ ਹੈ। ਤਾਂ ਦੇਖੋ ਬੇਟੇ ਕਿੰਨਾ ਸ਼ਿਫਟ ਹੋਇਆ। ਤਾਂ ਇਹ ਜਿਹੜੀ ਸ਼ਿਫਟ ਹੈ ਬੇਟੇ ਉਸ ਨੂੰ ਕੀ ਬੋਲਦੇ ਆਪਾਂ, ਲੇਟਰਲ ਸ਼ਿਫਟ ਔਰ ਲੇਟਰਲ ਡਿਸਪਲੇਸਮੈਂਟ। ਕਲੀਅਰ। ਤਾਂ ਬੇਟਾ ਹੁਣ ਇਸ ਫਿਗਰ ਦੇ ਵਿੱਚ ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਊਗਾ ਬੇਟਾ। ਉਹ ਆਪਾਂ ਕੀ ਲਿਆ ਬੇਟੇ, ਇੰਸੀਡੈਂਟ ਰੇ ਲਈ ਏਅਰ ਮੀਡੀਅਮ ਸੀਗਾ ਬੇਟਾ, ਇੱਥੇ ਆਪਣੇ ਕੋਲ ਗਲਾਸ ਹੈ। ਰੇਅਰਰ ਟੂ ਕੀ ਹੈ ਬੇਟੇ, ਡੈਂਸਰ ਹੈ। ਆਪਾਂ ਇੱਕ ਨੋਰਮਲ ਡਰਾ ਕੀਤਾ ਤਾਂ ਇਟ ਮੀਨਸ ਵੈਨ ਐਨੀ ਰੇ ਗੋਜ਼ ਫਰੋਮ ਰੇਅਰਰ ਟੂ ਡੈਂਸਰ ਇਟ ਬੈਂਡਸ ਟੂਵਰਡਸ ਦ ਨੋਰਮਲ। ਤਾਂ ਦੇਖੋ ਬੇਟੇ ਟੂਵਰਡਸ ਦ ਨੋਰਮਲ ਆਈ, ਹਿੱਟ ਕੀਤੀ ਬੇਟਾ ਐਟ ਪੁਆਇੰਟ ਬੀ। ਅਗੈਨ ਬੇਟਾ ਇਟ ਬੀ ਪੁਆਇੰਟ 'ਤੇ ਜੋ ਮੀਡੀਅਮ ਹੈ ਬੇਟਾ ਫਿਰ ਚੇਂਜ ਹੋ ਗਿਆ, ਉਹ ਕੀ ਹੋਇਆ ਬੇਟਾ, ਡੈਂਸਰ ਟੂ ਰੇਅਰਰ। ਤਾਂ ਇਟ ਮੀਨਸ ਅਵੇ ਫਰੋਮ ਦ ਨੋਰਮਲ। ਤਾਂ ਦੇਖੋ ਬੇਟੇ ਨੋਰਮਲ ਸੀਗਾ, ਨੋਰਮਲ ਤੋਂ ਕੀ ਆ ਗਈ ਬੇਟਾ, ਅਵੇ ਆ ਗਈ। ਤਾਂ ਅਵੇ ਫਰੋਮ ਦ ਨੋਰਮਲ ਆ ਗਈ। ਉਹ ਕੀ ਹੈ ਬੇਟਾ, ਸਾਡਾ ਇੰਸੀਡੈਂਟ ਰੇ ਹੈ। ਕਲੀਅਰ। O ਤੋਂ ਲੈ ਕੇ B ਤੱਕ ਕੀ ਹੈ ਬੇਟੇ, ਸਾਡੀ ਰੀਫਰੈਕਟਡ ਰੇ ਹੈ। ਅਗੈਨ ਜਦੋਂ ਰੀਫਰੈਕਸ਼ਨ ਹੋਈ ਬੇਟੇ BC ਕੇ ਬੇਟੇ ਸਾਡੀ ਐਮਰਜੈਂਟ ਰੇ ਹੈ। ਤਾਂ ਆਪਾਂ ਇੱਕ ਪੈਰਲਰ ਜੋ ਇੰਸੀਡੈਂਟ ਡਾਇਰੈਕਸ਼ਨ ਸੀਗੀ ਸਾਡੀ ਉਸ ਦੇ ਨਾਲ ਬੇਟਾ ਇੱਕ ਡਾਟਡ ਲਾਈਨ ਨੂੰ ਡਰਾ ਕੀਤਾ ਜੋ ਕਿ ਪੈਰਲਰ ਸੀ ਸਾਡੀ ਐਮਰਜੈਂਟ ਦੇ। ਦੋਨਾਂ ਦੇ ਵਿੱਚ ਜੋ ਪਰਪੈਂਡੀਕੂਲਰ ਡਿਸਟੈਂਸ ਸੀ ਬੇਟੇ ਉਸ ਨੂੰ ਆਪਾਂ ਕੀ ਬੋਲਿਆ, ਲੇਟਰਲ ਸ਼ਿਫਟ ਔਰ ਲੇਟਰਲ ਡਿਸਪਲੇਸਮੈਂਟ। ਠੀਕ ਹੈ ਜੀ। ਇਸ ਦੀ ਥਿਕਨੈਸ ਆਪਾਂ ਕੀ ਲੈ ਲਈ ਬੇਟਾ, T ਲੈ ਲਈ। ਨਾਓ ਬੇਟੇ ਐਂਗਲ ਬਿਟਵੀਨ ਇੰਸੀਡੈਂਟ ਰੇ ਐਂਡ ਨੋਰਮਲ, ਉਹ ਕੀ ਹੈ ਬੇਟੇ ਸਾਡਾ ਐਂਗਲ ਆਫ ਇੰਸੀਡੈਂਸ ਹੈ। ਠੀਕ ਹੈ ਜੀ, ਜਿਸ ਨੂੰ ਆਪਾਂ I ਦੇ ਨਾਲ ਡਿਨੋਟ ਕਰਦੇ ਹਾਂ। ਅਗੈਨ ਬੇਟਾ ਐਂਗਲ ਬਿਟਵੀਨ ਰੀਫਰੈਕਟਡ ਰੇ ਐਂਡ ਦ ਨੋਰਮਲ, ਐਂਗਲ ਆਫ ਰੀਫਰੈਕਸ਼ਨ ਬੇਟੇ। ਥਰਡ ਐਂਗਲ ਕਿਹੜਾ ਬੇਟਾ, ਐਂਗਲ ਬਿਟਵੀਨ ਨੋਰਮਲ ਐਂਡ ਦ ਐਮਰਜੈਂਟ, ਐਂਗਲ ਆਫ ਐਮਰਜੈਂਸ ਔਰ ਐਮਰਜੈਂਟ ਐਂਗਲ। ਤਾਂ ਇਹ ਕੀ ਹੈ ਬੇਟਾ, ਐਂਗਲ ਆਫ ਐਮਰਜੈਂਸ ਹੈ। ਕਲੀਅਰ ਜੀ। ਹੁਣ ਬੇਟੇ ਆਪਾਂ ਕਰਾਂਗੇ ਅਕੋਰਡਿੰਗ ਟੂ ਸਨੇਲਸ ਲਾ। ਹੁਣ ਬੇਟਾ ਜੋ ਆਪਾਂ ਲੈ ਲਿਆ ਕਿ ਰਿਕਟੈਂਗੂਲਰ ਗਲਾਸ ਸਲੈਬ ਹੈ ਬੇਟੇ LMNP, ਜਿਸ ਦੀ ਥਿਕਨੈਸ ਆਪਾਂ T ਲੈ ਲਈ ਬੇਟਾ। ਕੋਈ ਰੇ ਇੰਸੀਡੈਂਟ ਕੀਤੀ ਬੇਟੇ AO, ਟਰੈਵਲ ਕਰੂਗੀ ਇਨ ਏਅਰ, ਸਟ੍ਰਾਈਕ ਦਾ ਗਲਾਸ ਸਲੈਬ ਐਟ ਐਂਗਲ ਇੰਸੀਡੈਂਸ I। ਆਫਟਰ ਰੀਫਰੈਕਸ਼ਨ ਬੇਟਾ ਇਟ ਬੈਂਡ ਟੂਵਰਡਸ ਦ ਨੋਰਮਲ ਐਂਡ ਮੇਕਸ R1 ਐਂਗਲ ਵਿਦ ਦ ਨੋਰਮਲ। ਉਹ ਬੇਟਾ ਤੁਹਾਨੂੰ ਮੈਂ ਦੱਸ ਹੀ ਦਿੱਤਾ ਕਿ ਇਹ ਐਂਗਲ ਕੀ ਹੈ ਬੇਟੇ, ਸਾਡਾ ਐਂਗਲ ਆਫ ਇੰਸੀਡੈਂਸ ਹੈ। ਇਹ ਕੀ ਹੈ ਬੇਟੇ, ਸਾਡਾ ਐਂਗਲ ਆਫ ਰੀਫਰੈਕਸ਼ਨ ਹੈ। ਤਾਂ ਬੇਟੇ ਅਕੋਰਡਿੰਗ ਟੂ ਸਨੇਲਸ ਲਾ ਆਫ ਰੀਫਰੈਕਸ਼ਨ ਬੇਟਾ N21 ਲਿਖਦੇ ਸੀ ਰਾਜੇ। ਰੀਫਰੈਕਟਿਵ ਇੰਡੈਕਸ ਆਫ ਮੀਡੀਅਮ 2 ਵਿਦ ਰਿਸਪੈਕਟ ਟੂ 1 ਬੇਟਾ ਇਹੀ ਲਿਖਦੇ ਸੀਗੇ। ਤਾਂ ਬੇਟੇ ਇਹ ਜਿਹੜੇ ਰੇਸ਼ੀਓ ਲੈਣਾ ਹੁੰਦਾ ਨਾ, ਇਸ ਦਾ ਸਿੰਪਲ ਜੀ ਚੀਜ਼ ਹੈ ਕਿ ਜਿਹੜਾ ਐਂਗਲ ਤੁਹਾਡਾ ਫਸਟ ਆ ਰਿਹਾ, ਪਹਿਲਾਂ ਆਇਆ ਬੇਟੇ ਸਾਈਨ I ਬਾਈ ਨੈਕਸਟ ਐਂਗਲ ਕੀ ਆ ਗਿਆ ਰਾਜੇ, ਸਾਈਨ R1। ਠੀਕ ਹੈ ਜੀ। ਅਰਲੀਅਰ ਲੈਕਚਰਸ ਦੇ ਵਿੱਚ ਬੇਟਾ ਮੈਂ ਤੁਹਾਨੂੰ ਇਸ ਰੀਫਰੈਕਟਿਵ ਇੰਡੈਕਸ ਦੀ ਬੇਟੇ ਆਪਾਂ ਇੱਕ ਫੁੱਲ ਲੈਕਚਰ ਸੀਗਾ ਜਿਹੜਾ ਉਹ ਡਿਸਕਸ ਕੀਤਾ, ਤਾਂ ਤੁਸੀਂ ਉੱਥੋਂ ਅੱਛੀ ਤਰ੍ਹਾਂ ਦੇਖ ਸਕਦੇ ਹੋ ਕਿ ਇਸ ਨੂੰ ਆਪਾਂ ਕਿਵੇਂ ਰਿਪਰੈਜ਼ੈਂਟ ਕਰਦੇ ਹਾਂ। ਬੇਟੇ ਇੱਥੇ ਲਿਖਦੇ ਹਾਂ 2 1, ਬਟ ਇੱਧਰ ਆਪਾਂ ਫਸਟ ਨੂੰ ਪਹਿਲੇ ਤੇ ਲਿਖਦੇ ਹਾਂ, ਦੈਨ ਆਪਾਂ ਸੈਕਿੰਡ ਵਾਲੇ ਦਾ ਲਿਖਦੇ ਹਾਂ।
ठीक है जी। सिंपल जिहा बेटे फंडा याद रखना है कि किधर तो लाइट आई ਉਹ एंगल फस्ट, फिर नैक्सट एंगल जो भी आ रहा उसका रेशियो ले लिया, तो आप N21 की आ गया बेटे साइन आई बाई R1। क्लीयर। हुण देखो बेटे दो, एक ओ पॉइंट ते अपने कोल रिफ्रैक्शन हो रही है, एक पॉइंट बी दे उत्ते हो रही है। ठीक है जी। पहला आप ओ वाला कंसीडर किया साइन आई बाई R1। हुण बेटे अगर बी पॉइंट वास्ते आप रिफ्रैक्टिव इंडैक्स लिखना हो, मतलब इस फिनोमिना बारे, तो अपने कोल की आया पहला बेटे साइन R1 आया, अपॉन की आ जाऊगा बेटा साइन ई आ जाऊगा। तो इस टाइप नाल बेटे जो स्नेल्स लॉ है तुसीं उसनूं इत्थे अपलाई करते हो। तो देखो राजे N12 नूं आपां यही लिखता। एज वी नो दैट बेटा जो अपना रिफ्रैक्टिव इंडैक्स ऑफ मीडियम 2 विद रिस्पैक्ट टू 1 हुंदा बेटे प्रपोर्शनल जां रेसिप्रोकल हुंदा रिफ्रैक्टिव इंडैक्स ऑफ मीडियम 2 विद मीडियम 1 विद रिस्पैक्ट टू 2। बेटे आपां इस तो पहले वाले लैक्चर दे विच बेटा रिफ्रैक्टिव इंडैक्स दा फुल आपां डिस्कस कीता सी, उस दे विच नंबर ऑफ केसिस नूं आपां डिस्कस किया, जिस दे विच ये भी डिस्कस किया बेटा कि दोनों जिहड़े हुंदे ने अपने कोल रिफ्रैक्टिव इंडैक्स वो की हुंदे ने बेटा रेसिप्रोकल हुंदे ने। तो बेटा इस इक्वेशन दे विच दोनों वैल्यूज़ आप पुट कर देनियां ने, N12 दी भी और 21 दी भी। तो बेटे जो तुसीं पुट किया साइन आई बाई R1 आ गया बेटे N21 की जगह ते, N12 की जगह ते बेटा यही है। इस इक्वेशन में बेटे इस टाइप नाल लिख सकते हो, साइन ई बेटा ऊपर चला जाऊगा। ठीक है जी। तो बेटा साइन ई ऊपर आ गया साइन R1। तो हुण देखो रजे साइन R1 बेटे कैंसल आउट हो जाऊगा, तो बाकी की बचूगा बेटा साइन आई इक्वल्स टू साइन ई। साइन नाल साइन कैंसल आउट, इट मीन्स आई इक्वल्स टू ई। This shows that beta in refraction through a rectangular slab, incident ray and emergent ray are parallel to each other। तो दोनों एंगल अगर बेटा सेम ने तो इत्थों सानू की पता लग गया कि आफ्टर रिफ्रैक्शन बेटे जो साडी इमरजेंट है वो दोनों की ने बेटा इंसीडेंट और इमरजेंट रे पैरलर ने। इट मीनस बेटे अगर पैरलर ने तो मैं तुहानूं फिगर्स दे विच दस्सिया बेटा कि परपेंडिकुलर डिस्टेंस बिटवीन बोथ रेज नोन एज अ लेटरल शिफ्ट और अ लेटरल डिसप्लेसमेंट। सो बेटे लेटरल शिफ्ट नूं आपां किवें डिफाइन कीता, द परपेंडिकुलर डिस्टेंस बिटवीन द डायरैक्शन ऑफ ओरिजिनल पाथ ऑफ द इंसीडेंट रे एंड द डायरैक्शन ऑफ इमरजेंट रे इज कॉल्ड द लेटरल शिफ्ट। द लेटरल शिफ्ट बेटे मैं तुहानूं दसदा विच इज अकॉर्डिंग टू फिगर DE। सी इन द फिगर बेटा this point is a DE lateral shift. This is a perpendicular distance between the incident ray and emergent ray. Now next is a beta factors on which lateral shift depends. So first beta it varies directly proportional to the thickness of glass slab। तो बेटा लेटरल शिफ्ट है वो डायरैक्टली प्रोपोर्शनल है, जिन्नी ज़्यादा बेटा थिकनेस होगी उन्नी ज़्यादा लेटरल शिफ्ट होगी, उन्ना ज़्यादा परपेंडिकुलर डिस्टेंस होगा। लेटरल शिफ्ट बेटा वेरीज डायरैक्टली प्रोपोर्शनल टू द इंसीडेंट एंगल, जिन्ना ज़्यादा बेटा इंसीडेंट एंगल होगा उन्नी ज़्यादा लेटरल शिफ्ट होगी। थर्ड लेटरल शिफ्ट बेटा वेरीज डायरैक्टली प्रोपोर्शनल टू द रिफ्रैक्टिव इंडैक्स ऑफ द ग्लास स्लैब। तो बेटा जिन्ना ज़्यादा ग्लास स्लैब का बेटे रिफ्रैक्टिव इंडैक्स होगा उन्नी ज़्यादा लेटरल शिफ्ट होगी। नैक्सट इज बेटा लेटरल शिफ्ट वेरीज इनवर्सली टू द वेवलेंथ ऑफ द लाइट। बेटे जो लेटरल शिफ्ट है वो जो इंसीडेंट लाइट है उसकी वेवलेंथ के नाल उसका रिलेशन के बेटा इनवर्सली प्रोपोर्शनल है। इट मीनस अगर इंसीडेंट लाइट की बेटा वेवलेंथ ज़्यादा होगी तो लेटरल शिफ्ट की होगी बेटा घट होगी। तो बेटा जो लेटरल शिफ्ट का कॉन्सैप्ट है वो भी बहुत इंपॉर्टेंट है, तो तुसीं इन्हां फैक्टर्स नूं भी लर्न कर लेना है। ठीक है जी। और ये अज आप थ्रैटिकली किया बेटा, तुसीं एक्सपेरीमेंटली भी करोगे। सो बेटे इसनूं अच्छी तरह कर लेना है।